ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਇੱਥੇ ਆਏ। ਮੇਰਾ ਨਾਮ ਵੀਰਪਾਲ ਹੈ, ਮੈਂ 32 ਸਾਲਾਂ ਦੀ। ਇਹ ਮੇਰੀ ਬੇਟੀ ਹੈ 5 ਸਾਲ ਦੀ, ਮਹਿਰੀਨ ਕੌਰ। ਮੈਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ। ਮੇਰੇ ਫਾਦਰ ਨੇ ਸਰਦਾਰ ਗੁਰਜੰਟ ਸਿੰਘ, ਪਿੰਡ ਖਾਨਸੀਆਂ, ਹਲਕਾ ਸਨੌਰ ਤੋਂ। ਮੈਂ ਐਕਚੁਅਲੀ ਆਪਣੀ ਦਰਦ ਭਰੀ ਕਹਾਣੀ ਦੱਸਣਾ ਚਾਹੁੰਦੀ ਹਾਂ। ਮੈਂ ਪਿਛਲੇ 2 ਸਾਲਾਂ ਤੋਂ ਧੱਕੇ ਖਾ ਰਹੀ ਹਾਂ ਪੁਲਿਸ ਥਾਣਿਆਂ ਦੇ, ਪਰ ਮੈਨੂੰ ਕਿਤੋਂ ਵੀ ਇਨਸਾਫ ਨਹੀਂ ਮਿਲ ਰਿਹਾ। ਹਰ ਵਾਰ ਪੋਲੀਟੀਕਲ ਪ੍ਰੈਸ਼ਰ ਨਾਲ ਮੈਂ ਨਾਮ ਸਿੱਧਾ ਬੋਲਣਾ ਚਾਹੂੰਗੀ, ਹਨੀ ਸੇਖੋਂ ਹਰ ਵਾਰ ਆਫਿਸਰਸ ਨੂੰ ਸਿੱਧਾ ਫੋਨ ਕਰਦੇ ਨੇ ਅਤੇ ਆਫਿਸਰਸ ਨੂੰ ਸਿੱਧਾ ਕਹਿ ਦਿੰਦੇ ਨੇ ਕਿ ਕੋਈ ਕਾਰਵਾਈ ਨਾ ਕੀਤੀ ਜਾਵੇ। ਮੇਰੀ ਨਣਦੋਈਆ ਨਸ਼ੇ ਦੇ ਵਿੱਚ ਰਹਿੰਦਾ ਅਤੇ ਉਹਨੂੰ ਕੁਛ ਨਹੀਂ ਪਤਾ, ਉਹ ਬਸ ਨਸ਼ਾ ਖਾ ਕੇ ਸੁੱਤਾ ਰਹਿੰਦਾ। ਅਤੇ ਮੇਰੇ ਕੋਲ ਸਬੂਤ ਵੀ ਨੇ, ਜਿਹੜੀ ਜਗ੍ਹਾ ਤੋਂ ਇਹ ਸ਼ੌਪਸ ਨੇ, ਜਿਨ੍ਹਾਂ ਤੋਂ ਮੇਰੇ ਸਾਹਮਣੇ ਵੀ ਕਈ ਵਾਰ ਉਹਨਾਂ ਨੇ ਭੂਰੇ ਰੰਗ ਦੀਆਂ ਗੋਲੀਆਂ ਲਈਆਂ ਨੇ ਅਤੇ ਨਸ਼ੇ ਦੇ ਵਿੱਚ ਉਹ ਡੁੱਬੇ ਰਹਿੰਦੇ ਨੇ। ਉਹਨਾਂ ਨੂੰ ਕੁਛ ਨਹੀਂ ਪਤਾ, ਬਸ ਕੁੱਟ ਲਿਆ, ਮਾਰ ਲਿਆ, ਬੈਲਟਾਂ ਦੇ ਨਾਲ ਕੁੱਟ ਲਿਆ, ਥੱਪੜ ਮਾਰੇ, ਜੁੱਤੀਆਂ ਮਾਰੀਆਂ। ਅਤੇ ਮੈਨੂੰ ਬਹੁਤ ਜ਼ਿਆਦਾ ਮੈਂਟਲੀ ਹੈਰਸ ਕਰਦੇ ਨੇ। ਮੇਰੀ ਸੱਸ, ਮੇਰੀ ਨਣਦ ਅਤੇ ਮੇਰਾ ਨਣਦੋਈਆ, ਇਹ ਵੀ ਵਿੱਚੋਂ ਤਿੰਨੋਂ ਇਨਵੋਲਵ ਨੇ। ਇਹਨਾਂ ਨੇ ਮੇਰਾ ਜ਼ਬਰਦਸਤੀ, ਜਦੋਂ ਮੇਰੇ ਪਹਿਲਾ ਬੱਚਾ ਹੋਣਾ ਸੀ ਮਹਿਰੀਨ, ਤਾਂ ਮੇਰੇ ਪਹਿਲੇ ਬੱਚੇ ਦਾ ਹੀ ਲਿੰਕ ਟੈਸਟ ਕਰਵਾਇਆ ਗਿਆ। ਆਹ ਸੀ ਜੀ, ਇੱਥੇ ਮੇਰਾ ਅਬੋਰਸ਼ਨ ਕੀਤਾ ਗਿਆ। ਇਹ ਡਾਕਟਰ ਨੇ, ਸ਼ਾਹ ਹੌਸਪੀਟਲ ਲੁਧਿਆਣਾ ਦਾ। ਇੱਥੇ ਮੇਰਾ ਅਬੋਰਸ਼ਨ ਕਰਵਾਇਆ ਗਿਆ ਉਹਨਾਂ ਨੇ ਜ਼ਬਰਦਸਤੀ। ਮੈਨੂੰ ਕੁਛ ਨਹੀਂ ਪਤਾ। ਉਹਨਾਂ ਨੇ ਮੈਨੂੰ ਨਸ਼ੇ ਦੀਆਂ ਗੋਲੀਆਂ ਦਿੱਤੀਆਂ। ਮੈਨੂੰ ਨੀਂਦ ਦੇ ਵਿੱਚ ਬਿਲਕੁਲ ਵੀ ਕੁਛ ਵੀ ਪਤਾ ਨਹੀਂ ਲੱਗਿਆ ਕਿ ਮੇਰੇ ਨਾਲ ਕੀ ਹੋ ਰਿਹਾ। ਕਿਹੜੀ ਏਜ 'ਚ ਤੁਹਾਡੀ ਮੈਰਿਜ ਹੁੰਦੀ ਹੈ ਅਤੇ ਕਦੋਂ ਤੋਂ ਤੁਹਾਡੇ ਨਾਲ ਇਸ ਤਰ੍ਹਾਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ? ਮੇਰੇ ਲੁਧਿਆਣਾ ਮੈਰਿਜ ਹੋਈ ਸੀ ਜੀ 3 ਦਸੰਬਰ ਨੂੰ 2014 ਦੇ ਵਿੱਚ ਮੇਰਾ ਵਿਆਹ ਹੋਇਆ ਸੀ। ਅਤੇ ਵਿਆਹ ਤੋਂ ਬਾਅਦ ਹੀ ਅਗਰ ਉਹਨਾਂ ਨੇ ਮੈਂ ਸਬਜ਼ੀ ਬਣਾਉਣੀ ਤਾਂ ਉਹਨਾਂ ਨੇ ਸਬਜ਼ੀ 'ਚ ਕਹਿਣਾ ਕਿ ਨਮਕ ਘੱਟ ਹੈ, ਕਈ ਵਾਰ ਕਹਿਣਾ ਕਿ ਚਾਹ ਦੇ ਵਿੱਚ ਮਿੱਠਾ ਹੀ ਹੈ ਨਹੀਂ, ਮੇਰੇ ਉੱਪਰ ਡੋਲ ਦੇਣੀ ਸਬਜ਼ੀ, ਮੇਰੇ ਉੱਪਰ ਡੋਲ ਦੇਣੀ। ਮੇਰੀ ਨਣਦ, ਮੇਰੀ ਸੱਸ ਨੇ, ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ। ਧੱਕੇ ਮਾਰ ਕੇ ਕਈ ਵਾਰ ਮੈਨੂੰ ਘਰੋਂ ਵੀ ਬਾਹਰ ਕੱਢਿਆ। ਲਾਸਟ ਟਾਈਮ ਉਹਨਾਂ ਨੇ ਮੈਨੂੰ ਅਤੇ ਮੇਰੀ ਬੱਚੀ ਨੂੰ ਘਰੋਂ ਬਾਹਰ ਕੱਢਤਾ ਅਤੇ ਕਿਹਾ ਕਿ ਸਾਨੂੰ ਤੇਰੀ ਕੋਈ ਜ਼ਰੂਰਤ ਨਹੀਂ ਹੈ, ਮਤਲਬ ਕੂੜਾ ਤੂੰ ਇੱਥੋਂ ਜਾ। ਫਿਰ ਉਸ ਤੋਂ ਬਾਅਦ ਜਦੋਂ ਮੈਂ ਘਰੇ ਚਲੀ ਗਈ, ਮੇਰੇ ਘਰ ਦੇ ਮੈਨੂੰ ਘਰੇ ਲੈ ਆਏ, ਤਾਂ ਫਿਰ ਮੇਰੇ ਹਸਬੈਂਡ ਨੇ, ਮੈਂ फ़ोन ਕਰਨਾ ਚਾਹੇ ਤਾਂ ਮੇਰਾ फ़ोन ਬੰਦ ਕਰਵਾਤਾ ਉਹਨਾਂ ਨੇ, ਮੇਰਾ ਨੰਬਰ ਬੰਦ ਕਰਵਾਤਾ। ਫਿਰ ਘਰੇ ਆ ਕੇ ਇਹ ਜੀ ਮੇਰਾ ਹਸਬੈਂਡ ਨੇ, ਮੇਰੇ ਪਤੀ, ਮੇਰੀ ਸੱਸ ਹੈ, ਮੇਰਾ ਨਣਦੋਈਆ ਅਤੇ ਨਣਦ, ਇਹਨਾਂ ਦੇ ਅਗੇਂਸਟ ਮੈਂ ਇੰਨੀ ਵਾਰ ਕੰਪਲੇਨ ਕਰ ਚੁੱਕੀ ਹਾਂ, ਪਰ ਕੋਈ ਕਾਰਵਾਈ ਕਿਉਂ ਨਹੀਂ ਹੋ ਰਹੀ। ਇਹ ਮੇਰੇ ਹਸਬੈਂਡ ਨੇ। ਮੈਂ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੇ ਤੇ ਆਵਾਂਗਾ ਮੈਡਮ, ਜੇ ਤੁਸੀਂ ਗੱਲ ਕਰਦੇ ਹੋ ਤੁਹਾਡੇ ਹਸਬੈਂਡ ਕੀ ਕੰਮ ਕਰਦੇ ਹੈਗੇ ਨੇ? ਬਾਕੀ ਕਰਦੇ ਉਹ ਕੁਛ ਨਹੀਂ ਕਰਦੇ ਜੀ, ਉਹ ਸਿਰਫ ਵਿਹਲੇ ਰਹਿੰਦੇ ਨੇ। ਜਿਵੇਂ ਮੈਂ ਤੁਹਾਨੂੰ ਦੱਸਿਆ, ਸਿਰਫ ਨਸ਼ੇ 'ਚ ਗੁੰਮ ਰਹਿੰਦੇ ਨੇ, ਹੋਰ ਕੁਛ ਵੀ ਨਹੀਂ ਕਰਦੇ ਉਹ। ਵਿਆਹ ਤੋਂ ਪਹਿਲਾਂ ਇਸ ਗੱਲ ਦੀ ਪੜਤਾਲ ਨਹੀਂ ਕੀਤੀ ਗਈ ਵੀ ਕੋਈ ਕੰਮ ਨਹੀਂ ਕਰਦੇ ਹੈਗੇ? ਵਿਆਹ ਤੋਂ ਪਹਿਲਾਂ ਐਕਚੁਅਲ ਦੇ ਵਿੱਚ ਮੇਰਾ ਰਿਸ਼ਤੇਦਾਰੀ ਦੇ ਵਿੱਚ ਹੋਇਆ ਸੀਗਾ, ਅਤੇ ਰਿਸ਼ਤੇਦਾਰੀ ਵਿੱਚ ਹੋਣ ਕਰਕੇ ਜ਼ਿਆਦਾ ਜਾਂਚ ਪੜਤਾਲ ਨਹੀਂ ਹੋਈ। ਇਹ ਕਹਿ ਕੇ ਕਿ ਮੁੰਡਾ ਵਧੀਆ ਹੈ, ਸਾਰਾ ਪਰਿਵਾਰ ਵਧੀਆ, ਪਰ ਰਿਸ਼ਤੇਦਾਰ ਲੁਕੋਈ ਜਾਂਦੇ ਨੇ ਸਭ ਕੁਛ। ਇਸ ਕਰਕੇ ਮੈਂ ਦੁਕਾਨ ਤੁਸੀਂ ਕਿਹੜੀ ਜਗ੍ਹਾ ਤੇ ਹੈ ਮੈਡੀਕਲ ਦੀ ਦੁਕਾਨ? ਇਹ ਰਾਜਗੁਰੂ ਨਗਰ ਦੇ ਵਿੱਚ ਹੈ। ਰਾਜਗੁਰੂ ਨਗਰ, ਲੁਧਿਆਣਾ ਦੇ ਵਿੱਚ? ਹਾਂਜੀ। ਤੇ ਤੁਸੀਂ ਉਰੇ ਪ੍ਰੈਸ ਕਾਨਫਰੰਸ ਕਰ ਰਹੇ ਹੋ? ਮੈਂ ਐਕਚੁਅਲੀ ਆਪਣੇ ਪੇਕੇ ਘਰ ਰਹਿ ਰਹੀ ਹਾਂ ਪਿਛਲੇ 2 ਸਾਲਾਂ ਤੋਂ। ਹਾਂਜੀ। ਤੁਸੀਂ ਇੱਕ ਨਾਮ ਸ਼ੁਰੂ 'ਚ ਲਿੱਤਾ ਸੀ ਹਨੀ ਸੇਖੋਂ। ਹਨੀ ਸੇਖੋਂ ਕੌਣ ਨੇ? ਤੁਹਾਡੇ ਨਾਲ ਕੋਈ ਰਿਲੇਸ਼ਨ ਹੈਗਾ ਜਾਂ ਕਿ ਤੁਸੀਂ ਵੈਸੇ ਹੀ ਜਾਣਦੇ ਹੋ ਉਹਨਾਂ ਨੂੰ? ਹਨੀ ਸੇਖੋਂ ਜੀ ਸਾਡਾ ਰਿਸ਼ਤੇਦਾਰ ਨਹੀਂ ਆ, ਉਹ ਮੇਰੇ ਨਣਦੋਈ ਦੇ ਮਾਮਾ ਜੀ ਲੱਗਦੇ ਨੇ। ਅਤੇ ਉਹ ਹਮੇਸ਼ਾ ਜਦੋਂ ਵੀ ਕਿਸੇ ਵੀ ਸੁਣਵਾਈ 'ਤੇ ਆਉਂਦੇ ਨੇ ਅਤੇ ਮੈਨੂੰ ਕਹਿਣਗੇ, ਧਮਕੀਆਂ ਦਿੰਦੇ ਨੇ ਕਿ ਤੂੰ ਹਨੀ ਸੇਖੋਂ ਦੇ ਹੁੰਦੇ ਹੋਏ, ਸਾਡੇ ਮਾਮਾ ਜੀ ਦੇ ਹੁੰਦੇ ਹੋਏ ਸਾਡਾ ਕੁਛ ਨਹੀਂ ਵਿਗਾੜ ਸਕਦੀ। ਇਹੀ ਜਿਹਾ ਕੀ ਹੈ ਹਨੀ ਸੇਖੋਂ, ਕੀ ਪੋਜੀਸ਼ਨ 'ਤੇ ਹੈਗਾ? ਉਹ OSD ਹੈਗੇ ਨੇ, ਉਹ ਕੈਪਟਨ ਅਮਰਿੰਦਰ ਸਿੰਘ ਦੇ। ਤੁਸੀਂ ਉਹਨਾਂ ਨਾਲ ਗੱਲਬਾਤ ਕਰੀ ਸੀ? ਹਨੀ ਸੇਖੋਂ ਤੁਸੀਂ ਨਾਮ ਲੈ ਰਹੇ ਹੋ, ਬੜੇ ਉੱਚੇ ਅਹੁਦੇ 'ਤੇ ਬੈਠੇ ਨੇ, OSD ਮੁੱਖ ਮੰਤਰੀ ਪੰਜਾਬ ਦੇ OSD ਨੇ। ਤੁਸੀਂ ਉਹਨਾਂ ਨੂੰ ਇਹ ਜਾਣਕਾਰੀ ਸਾਰੀ ਦੱਸੀ ਸੀ ਵੀ ਐਵੇਂ ਕਰਕੇ ਮੇਰਾ ਹਸਬੈਂਡ ਹੈ, ਮੇਰੀ ਕੁੱਟਮਾਰ ਕਰਦਾ ਹੈ, ਵੀ ਐਵੇਂ ਉਹਦੀ ਦੁਕਾਨ ਹੈ, ਵੀ ਉਹਦੇ ਆਹ ਕੁਛ ਕਰਦਾ ਹੈ? ਤੁਸੀਂ ਉਹਨਾਂ ਨਾਲ ਗੱਲਬਾਤ ਕਰੀ ਸੀ? ਹਾਂਜੀ, ਉਹਨਾਂ ਨੂੰ ਫ਼ੋਨ 'ਤੇ ਦੱਸਿਆ ਗਿਆ ਸੀਗਾ। ਸਾਡੇ ਕੁਛ ਮਿਲਿਆ ਨਹੀਂ ਤੁਸੀਂ? ਪਰਸਨਲੀ ਮੇਰੀ ਕੋਈ ਮੀਟਿੰਗ ਨਹੀਂ ਹੋਈ ਜੀ ਉਹਨਾਂ ਨਾਲ। ਅੱਛਾ, ਫਿਰ ਤੁਸੀਂ ਕਹਿ ਰਹੇ ਹੋ ਵੀ ਉਹ ਫੋਨ ਕਰਦੇ ਨੇ, ਵੀ ਤੁਸੀਂ ਉਹਦੇ ਬਾਰੇ ਤੁਹਾਡੇ ਕੋਲ ਇਹ ਹੈਗਾ ਵੀ ਜਾਣਕਾਰੀ ਤੁਸੀਂ ਦੱਸ ਰਹੇ ਹੋ ਨਾ, ਵੀ ਜਦੋਂ ਵੀ ਅਸੀਂ ਕੰਪਲੇਂਟ ਲੈ ਕੇ ਜਾਂਦੇ ਤਾਂ ਉਹ ਫੋਨ ਕਰ ਦਿੰਦੇ ਨੇ? ਇਸ ਤਰ੍ਹਾਂ ਤੁਹਾਡੇ ਕੋਲ ਕੀ ਸਬੂਤ ਹੈ ਵੀ ਉਹ ਫੋਨ? ਆਫਿਸਰਸ ਖੁਦ ਕਹਿੰਦੇ ਨੇ ਸਰ, ਸਾਨੂੰ ਖੁਦ ਆਫਿਸਰਸ ਕਹਿੰਦੇ ਨੇ। ਜਦੋਂ ਮੈਂ ਕਹਿੰਦੀ ਹਾਂ ਕਿ ਮੈਨੂੰ ਇਨਸਾਫ ਕਿਉਂ ਨਹੀਂ ਮਿਲ ਰਿਹਾ, ਮੈਂ ਹੱਥ ਜੋੜ ਕੇ ਉਹਨਾਂ ਅੱਗੇ ਬੇਨਤੀ ਕਰਦੀ ਹਾਂ, ਤਾਂ ਉਹ ਕਹਿਣਗੇ ਕਿ ਅਸੀਂ ਕੁਛ ਨਹੀਂ ਕਰ ਸਕਦੇ, ਸਾਨੂੰ ਹਨੀ ਸੇਖੋਂ ਦਾ ਫੋਨ ਆਇਆ ਹੋਇਆ। ਲਾਸਟ ਟਾਈਮ ਕਿੱਥੇ ਤੁਹਾਡੀ ਇਨਕੁਆਇਰੀ ਸੀਗੀ? ਲਾਸਟ ਟਾਈਮ ਸਰ ਮੇਰੀ ਇਨਕੁਆਇਰੀ ਪੁਲਿਸ ਥਾਣਾ ਦੇ ਵਿੱਚ ਚੱਲ ਰਹੀ ਸੀ, ਵੂਮਨ ਥਾਣਾ ਦੇ ਵਿੱਚ। ਉਸ ਤੋਂ ਬਾਅਦ ਹੁਣ SPD ਕੋਲ ਚੱਲ ਰਹੀ ਹੈ। ਲੇਟ ਜਿਹੜਾ ਹੈ ਮਾਮਲਾ ਦਰਜ ਹੋਇਆ, 2 ਸਾਲ ਮਾਮਲਾ ਦਰਜ ਹੋਇਆ ਤੁਹਾਡਾ? ਨਹੀਂ ਸਰ। ਤੁਸੀਂ ਪਹਿਲਾਂ ਕੰਪਲੇਂਟ ਸਨੌਰ ਥਾਣੇ ਦਿੱਤੀ ਸੀ?
ਹਾਂਜੀ, ਸਭ ਤੋਂ ਪਹਿਲਾਂ ਸਨੌਰ ਥਾਣੇ ਦੇ ਵਿੱਚ ਸੀ ਸਰ। ਉੱਥੇ ਉਹ ਹਮੇਸ਼ਾ ਪੋਲੀਟੀਕਲ ਪ੍ਰੈਸ਼ਰ ਨਾਲ ਮੇਰਾ ਕੇਸ ਹੈ ਜਿਹੜਾ ਕੇਸ ਦੀ ਫਾਈਲ ਉਹ ਟ੍ਰਾਂਸਫਰ ਕਰਵਾ ਲੈਂਦੇ ਨੇ ਤੇ ਫਿਰ ਕਈ ਵਾਰ ਸਾਨੂੰ ਸੁਣਵਾਈ ਤੇ ਵੀ ਨਹੀਂ ਬੁਲਾਇਆ ਜਾਂਦਾ ਤੇ ਮੇਰੇ ਬਿਆਨ ਵੀ ਬਦਲ ਦਿੱਤੇ ਜਾਂਦੇ ਨੇ ਹਮੇਸ਼ਾ। ਮਹਿਲਾ ਕਮਿਸ਼ਨ ਤੱਕ ਨਹੀਂ ਪਹੁੰਚ ਕੀਤੀ ਮਹਿਲਾ ਕਮਿਸ਼ਨ ਹਾਂਜੀ, ਮੈਂ ਮਨੀਸ਼ਾ ਗੁਲਾਟੀ ਮੈਮ ਕੋਲ ਵੀ ਗਈ ਸੀਗੀ। ਹਾਂਜੀ, ਉਹਨਾਂ ਨੇ ਕਿਹਾ ਕਿ ਜਿੱਥੋਂ ਤੱਕ ਹੋ ਸਕਦਾ ਸੀ ਤੇਰੀ ਪੂਰੀ ਸਪੋਰਟ ਕਰਾਂਗੇ। ਪਰ ਕਿੰਨੇ ਟਾਈਮ ਪਹਿਲਾਂ ਗਏ ਸੀ ਤੁਸੀਂ? 2 ਮੰਥਸ ਪਹਿਲਾਂ ਸਰ। 2 ਮੰਥਸ ਪਹਿਲਾਂ। ਹਾਂਜੀ, ਕੋਈ ਕੁਐਸਚਨ? ਤੇ ਹੁਣ ਕੀ ਮੰਗ ਕੀ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਤੁਹਾਡੀ ਮੰਗ ਕੀ ਹੈ? ਮੈਂ ਚਾਹੁੰਦੀ ਹਾਂ ਮੇਰੀ ਸੱਸ ਨਣਦ ਨਣਦੋਈਆ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ, FIR ਕੀਤੀ ਜਾਵੇ ਤਾਂ ਕਿ ਮੈਨੂੰ ਇਨਸਾਫ ਮਿਲੇ। ਤੇ ਸੱਸ ਦਾ ਤੇ ਨੰਦੋਈਆ ਦਾ ਨਾਮ ਲੈ ਰਹੇ ਹੋ, ਕਿਸ ਤਰ੍ਹਾਂ ਦਾ ਤਸ਼ੱਦਦ ਕੀਤਾ ਜਾਂਦਾ ਸੀ ਤੁਹਾਡੇ ਨੰਦੋਈਆ ਵੱਲੋਂ ਜਾਂ ਨੰਦ ਵੱਲੋਂ ਜੀ? ਡਿਟੇਲ 'ਚ ਦੱਸਣਾ। ਮੇਰਾ ਨਣਦੋਈਏ ਨੇ ਜੀ ਕਈ ਵਾਰ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਜਦੋਂ ਵੀ ਮੇਰੇ ਹਸਬੈਂਡ ਘਰੇ ਨਹੀਂ ਹੁੰਦੇ ਸੀ, ਵੈਸੇ ਤਾਂ ਹਮੇਸ਼ਾ ਨਸ਼ੇ 'ਚ ਹੁੰਦੇ ਸੀ, ਜਾਂ ਮੇਰੀ ਸੱਸ ਨੇ ਗੁਰਦੁਆਰੇ ਚਲੇ ਜਾਣਾ। ਮੇਰਾ ਛੋਟਾ ਜਿਹਾ ਬੱਚਾ ਹੁੰਦਾ ਸੀਗਾ ਇਹ, ਤੇ ਮੈਂ ਬੁਟੀਕ ਦਾ ਕੰਮ ਕਰ ਰਹੀ ਹੁੰਦੀ ਸੀ। ਉਹਨੇ ਪਹਿਲਾਂ ਮੈਨੂੰ ਮਤਲਬ ਪੁੱਛਣਾ, ਤੇ ਫਿਰ ਜਦੋਂ ਮੈਂ ਮਨਾ ਕੀਤਾ ਤਾਂ ਉਹ ਮੈਨੂੰ ਜ਼ਬਰਦਸਤੀ ਘਸੀਟ ਕੇ ਕਮਰੇ ਦੇ ਵਿੱਚ ਲੈ ਗਿਆ। ਉਹਨੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਲੱਤਾਂ ਮਾਰ ਕੇ ਬੜੀ ਮੁਸ਼ਕਿਲ ਨਾਲ ਆਪਣੇ ਆਪ ਨੂੰ ਬਚਾਇਆ ਤੇ ਬਾਥਰੂਮ ਦੇ ਵਿੱਚ ਬੰਦ ਕੀਤਾ ਮੈਂ ਆਪਣੇ ਆਪ ਨੂੰ। ਸੈਕਿੰਡ ਟਾਈਮ ਫੇਰ ਇੱਦਾਂ ਹੋਇਆ, ਮੈਂ ਕਿਚਨ ਦੇ ਵਿੱਚ ਕੁਝ ਬਣਾ ਰਹੀ ਸੀਗੀ, ਉਹਨੇ ਮੈਨੂੰ ਪਿੱਛੋਂ ਜ਼ਬਰਦਸਤੀ ਫੜਿਆ ਤੇ ਮੈਨੂੰ ਫੇਰ ਕਮਰੇ ਦੇ ਵਿੱਚ ਲੈ ਕੇ ਜਾਣ ਲੱਗਿਆ। ਮਤਲਬ ਮੈਂ ਇੰਨੀ ਜ਼ਿਆਦਾ ਪਰੇਸ਼ਾਨ ਹੋਈ। ਮੈਂ ਇਹ ਕੰਪਲੀਟ ਤੁਸੀਂ ਆਪਣੇ ਹਸਬੰਡ ਨੂੰ ਨਹੀਂ ਕਹੀ? ਹਾਂਜੀ, ਮੈਂ ਕੀਤੀ ਸੀ, ਬਟ ਉਹਨੇ ਮੇਰੀ ਬਿਲਕੁਲ ਵੀ ਗੱਲ ਨਹੀਂ ਸੁਣੀ। ਉਹਨੇ ਕਿਹਾ ਤੂੰ ਚੁੱਪ ਰਹਿ ਬਸ। ਇਹ ਤੁਸੀਂ ਪੁਲਿਸ ਥਾਣੇ ਵਿੱਚ ਵੀ ਕੰਪਲੀਟ ਕੀਤੀ ਉਸ ਵਕਤ ਜੀ? ਮੈਂ ਉਸ ਵਕਤ ਕੰਪਲੇਨ ਕੀਤੀ ਸੀ, ਬਟ ਉਹਦੇ ਤੇ ਕੁਝ ਨਹੀਂ ਹੋਇਆ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਹਮੇਸ਼ਾ ਉਹ ਪ੍ਰੈਸ਼ਰ ਨਾਲ ਸਾਰਾ ਕੁਝ ਬੰਦ ਕਰਵਾ ਦਿੰਦੇ ਨੇ, ਮੇਰੀ ਸਾਰੀ ਕੰਪਲੇਨ ਹੀ ਖਤਮ ਕਰ ਦਿੰਦੇ ਨੇ। ਠੀਕ ਹੈ। ਕੇਸ ਦੇ ਡਿਊਰਿੰਗ ਮੇਰੇ ਤੇ ਮੇਰੇ ਬੱਚੇ ਦਾ ਹੱਕ ਮਾਰਨ ਲਈ ਜ਼ਮੀਨ ਵੀ ਉਹਨੇ ਟ੍ਰਾਂਸਫਰ ਕਰਵਾਤੀ ਆਪਣੀ ਮਾਂ ਦੇ ਨਾਮ। ਅਬੋਰਸ਼ਨ ਵਾਲੀ ਗੱਲ ਦੱਸੋ, ਤੇ ਇੱਕ ਜਿਹੜਾ ਤੁਹਾਡਾ ਸੈਕਸ ਡਿਟਰਮੀਨੇਸ਼ਨ ਟੈਸਟ ਹੋਇਆ ਸੀ ਉਹ ਦੱਸੋ। ਹਾਂਜੀ, ਸੈਕਸ ਡਿਟਰਮੀਨੇਸ਼ਨ ਮੇਰੇ ਪਹਿਲੇ ਬੱਚੇ ਟਾਈਮ ਵੀ ਹੋਇਆ, ਜਦੋਂ ਮੇਰਾ ਦੂਸਰਾ ਬੱਚਾ ਹੋਇਆ ਸੀ ਉਸ ਟਾਈਮ ਵੀ ਹੋਇਆ, ਤੇ ਫਿਰ ਮੇਰਾ ਅਬੋਰਸ਼ਨ ਕੀਤਾ ਗਿਆ। ਅਬੋਰਸ਼ਨ ਕਰਵਾਇਆ ਸੀ ਇਸ ਹਸਪੀਟਲ ਦੇ ਵਿੱਚ, ਇਹ ਡਾਕਟਰ ਸਾਹਿਬ ਸ਼ਾਹ ਹਸਪੀਟਲ। ਕਿਹੜੀ ਜਗ੍ਹਾ ਜੀ ਸ਼ਾਹ ਹਸਪੀਟਲ? ਇਹ ਮਾਡਲ ਟਾਊਨ ਹੈ ਜੀ, ਲੁਧਿਆਣਾ ਦੇ ਵਿੱਚ। ਤੁਸੀਂ ਡਾਕਟਰ ਦੇ ਨਾਲ ਗੱਲ ਨਹੀਂ ਕੀਤੀ ਵੀ ਤੁਸੀਂ ਇਹ ਗਲਤ ਕਰ ਰਹੇ ਹੈਗੇ ਹੋ? ਮੈਨੂੰ ਕੁਝ ਨਹੀਂ ਪਤਾ ਸੀ ਸਰ, ਮੈਂ ਨੀਂਦ ਦੀਆਂ ਗੋਲੀਆਂ ਦਿੱਤੀਆਂ ਹੋਈ ਸੀ ਮੇਰੀ ਨਣਦ ਸੱਸ ਨੇ ਮੈਨੂੰ। ਮਤਲਬ ਪਹਿਲਾ ਬੇਬੀ ਤੁਹਾਡਾ ਗਰਲ ਸੀ? ਹਾਂਜੀ, ਇਹ ਸੀਗਾ। ਨਹੀਂ ਜਦੋਂ ਟੈਸਟ ਅਬੋਰਸ਼ਨ ਹਾਂਜੀ ਹਾਂਜੀ, ਇਹ ਗਰਲ ਹੀ ਸੀ। ਜਦੋਂ ਮੇਰੀ ਇਹ ਬੇਟੀ ਹੋਈ ਹੈ ਸਰ, ਉਦੋਂ ਵੀ ਉਹ ਮੈਨੂੰ ਲੈਣ ਨਹੀਂ ਸੀ ਆਏ। ਮੇਰੇ ਫਾਦਰ ਨੇ ਬਹੁਤ ਫੋਨ ਕੀਤੇ, ਰਿਸ਼ਤੇਦਾਰਾਂ ਨੂੰ ਬੁਲਾਇਆ, ਫਿਰ ਕਿਤੇ ਜਾ ਕੇ ਜਦੋਂ ਨਹੀਂ ਆਏ, ਮੇਰੇ ਘਰ ਦੇ ਪੂਰੇ ਰਿਸ਼ਤੇਦਾਰਾਂ ਨਾਲ ਛੱਡ ਕੇ ਆਏ। ਮੇਰੇ ਬੱਚੇ ਨੂੰ ਕੋਈ ਨਹੀਂ ਬੁਲਾਉਂਦਾ ਸੀ, ਕੋਈ ਨਹੀਂ ਖਿਡਾਉਂਦਾ ਸੀ। ਮੇਰੇ ਬੱਚੇ ਨੂੰ ਪੁੱਛ ਸਕਦੇ ਹੋ ਤੁਸੀਂ ਕਿ ਇਹਦੇ ਸਾਹਮਣੇ ਇਹਦੇ ਪਾਪਾ ਕਿਵੇਂ ਮਾਰਦੇ ਸੀ ਮੈਨੂੰ, ਬੇਰਹਿਮੀ ਨਾਲ। ਮੇਰੇ ਨਾਲ ਜਾਨਵਰਾਂ ਵਾਲਾ ਸਲੂਕ ਕੀਤਾ ਜਾਂਦਾ ਸੀ ਸਰ। ਮੈਨੂੰ ਸਿਰਫ ਇਨਸਾਫ ਚਾਹੀਦਾ। ਮੈਂ ਕਾਨਫਰੰਸ ਇਸ ਲਈ ਕੀਤੀ ਹੈ ਤਾਂ ਕਿ ਮੇਰੀ ਆਵਾਜ਼ CM ਤੱਕ ਜਾਵੇ, ਮੈਨੂੰ ਇਨਸਾਫ ਮਿਲੇ, ਮੇਰੀ ਨਣਦ ਨਣਦੋਈਏ ਤੇ ਮੇਰੀ ਸੱਸ ਦੇ ਅਗੇਂਸਟ ਕਾਰਵਾਈ ਹੋਵੇ, FIR ਹੋਵੇ ਸਰ। ਮੈਡਮ ਤੁਸੀਂ ਕਿਸੇ ਕਦੇ ਹੋਰ SSP ਕੁੜੀ ਨੂੰ ਕੋਲ ਵੀ- ਜਾਂ IG ਕੋਲ ਨਹੀਂ ਗਏ? ਇਸ ਤੋਂ ਇਲਾਵਾ ਜੇਕਰ ਪੁਲਿਸ ਨਹੀਂ ਸੁਣਦੀ ਤਾਂ ਉੱਪਰ ਜਾਂਦੇ ਸੀ ਤੁਸੀਂ? ਨਹੀਂ ਸਰ, ਅਜੇ ਗਏ ਹੋ? ਗਏ ਆ ਜੀ। ਆ ਸਬੂਤ ਹੈ ਉਹਦਾ ਜਾਣਦਾ। SP ਸਾਲਾਂ ਤੋਂ ਲਗਾਤਾਰ ਧੱਕੇ ਖਾ ਰਹੀ ਹਾਂ। ਹੁਣ ਮੈਂ ਅੱਕ ਚੁੱਕੀ ਹਾਂ, ਥੱਕ ਚੁੱਕੀ ਹਾਂ, ਕਿਉਂਕਿ ਮੈਨੂੰ ਇਨਸਾਫ ਮਿਲਦਾ ਨਜ਼ਰ ਨਹੀਂ ਆ ਰਿਹਾ। ਮੇਰਾ ਦਿਲ ਕਰਦਾ ਕਿ ਮੈਂ ਖੁਦਕੁਸ਼ੀ ਕਰ ਲਾਂ। ਮੈਂ ਹਮੇਸ਼ਾ ਆਪਣੇ ਬੱਚੇ ਕਰਕੇ ਰੁਕੀ ਹਾਂ, ਮੇਰੀ 5 ਸਾਲ ਦੀ ਬੇਟੀ ਕਰਕੇ, ਕਿ ਇਹਦੀ ਜ਼ਿੰਦਗੀ ਖਰਾਬ ਹੋ ਜਾਊਗੀ। ਬਟ ਹੁਣ ਮੈਨੂੰ ਆਪਣਾ ਫਿਊਚਰ ਬਿਲਕੁਲ ਵੀ ਨਜ਼ਰ ਨਹੀਂ ਆ ਰਿਹਾ ਕਿ ਮੇਰਾ ਕੁਝ ਨਹੀਂ ਹੋਊਗਾ, ਮੈਨੂੰ ਕੋਈ ਇਨਸਾਫ ਨਹੀਂ ਮਿਲੂਗਾ, ਕਿਉਂਕਿ ਮੇਰਾ ਹਸਬੈਂਡ ਤੇ ਮੇਰੇ ਸਹੁਰਾ ਪਰਿਵਾਰ ਸਰੇਆਮ ਹੀ ਮੈਨੂੰ ਇਹ ਗੱਲ ਕਹਿੰਦੇ ਨੇ ਕਿ ਤੇਰੀ ਜ਼ਿੰਦਗੀ ਇਦਾਂ ਹੀ ਖਰਾਬ ਕਰਾਂਗੇ। ਸੋ ਮੈਨੂੰ ਕੋਈ ਉਮੀਦ ਨਹੀਂ ਨਜ਼ਰ ਆ ਰਹੀ, ਤੇ ਇਸ ਕਰਕੇ ਜੇ ਮੈਨੂੰ ਕੁਝ ਹੋ ਗਿਆ, ਅਗਰ ਮੈਂ ਖੁਦਕੁਸ਼ੀ ਕਰ ਲਈ, ਮੈਂ ਆਪਣੇ ਬੱਚੇ ਸਮੇਤ ਕਰੂੰਗੀ, ਤੇ ਮੇਰੀ ਮੌਤ ਦਾ ਜ਼ਿੰਮੇਵਾਰ ਮੇਰੇ ਸਹੁਰਾ ਪਰਿਵਾਰ ਹੋਣਗੇ, ਮੇਰੀ ਨਣਦ ਗੁਰਪ੍ਰੀਤ, ਮੇਰੀ ਸੱਸ ਜਸਪਾਲ ਕੌਰ, ਮੇਰਾ ਪਤੀ ਵਰਿੰਦਰਪਾਲ ਤੇ ਨਣਦੋਈਆ ਹਰਪ੍ਰੀਤ ਤੇ ਨਾਲ ਹਨੀ ਸਿੱਖੋ। ਇਹ ਸਾਰੇ ਮੇਰੀ ਮੌਤ ਦੇ ਜ਼ਿੰਮੇਵਾਰ ਹੋਣਗੇ। ਤੁਸੀਂ ਕਿੰਨੇ ਪੜ੍ਹੇ ਲਿਖੇ ਹੋ? ਸਟੱਡੀ ਮੈਂ MA B.Ed ਕੀਤੀ ਹੈ ਸਰ। ਪੜ੍ਹੇ ਲਿਖੇ ਹੋ ਤੁਸੀਂ, ਕਹਿ ਰਹੇ ਸੀ ਬੁਟੀਕ ਦਾ ਕੰਮ ਵੀ ਕਰਦੇ ਹੋ? ਹਾਂਜੀ, ਬੁਟੀਕ ਦਾ ਮੈਂ ਤੁਸੀਂ ਖੁਦ ਕੀਤਾ ਆਪਣੇ ਵਾਸਤੇ ਤਿਆਰ ਹੋ ਸਕਦੇ ਹੋ? ਇਹ ਕਦਮ ਕਿਉਂ ਚੱਕਦੇ ਹੋ? ਸਰ। ਮੈਨੂੰ ਮੈਂਟਲੀ ਪਰੇਸ਼ਾਨ ਕੀਤਾ ਜਾ ਰਿਹਾ। ਮੈਂ ਬਹੁਤ ਜ਼ਿਆਦਾ ਟੌਰਚਰ ਹੋ ਚੁੱਕੀ ਹਾਂ। ਮੈਂ 5 ਸਾਲ 6.5 ਸਾਲ ਆਪਣੇ ਉੱਥੇ ਵਿਆਹ ਤੋਂ ਬਾਅਦ ਸਹਿਆ ਇੰਨਾ ਕੁਝ, ਤੇ ਮੈਂ ਹੁਣ ਵੀ ਸਹਿ ਰਹੀ ਹਾਂ। ਦੱਸੋ ਮੈਂ ਕਿੰਨਾ ਸਹਿ ਸਕਾਂ ਆਪਣੇ ਬੱਚੇ ਲਈ। ਮੈਂ ਆਪਣੇ ਬੱਚੇ ਲਈ ਮੈਂ ਬਹੁਤ ਅੱਕ ਚੁੱਕੀ ਹਾਂ ਆਪਣੀ ਜ਼ਿੰਦਗੀ ਤੋਂ। ਹੁਣ ਹੋ ਸਕਦਾ ਮੈਨੂੰ ਇਨਸਾਫ ਮਿਲ ਸਕੇ। ਠੀਕ ਹੈ ਮੈਂ ਤੁਹਾਡਾ ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਦਵਿੰਦਰ ਸਿੰਘ ਹੈ ਤੇ ਮੈਂ ਬਤੌਰ ਲੀਗਲ ਐਡਵਾਈਜ਼ਰ ਸ਼ਿਵ ਸੈਨਾ ਤੋਂ ਪੰਜਾਬ ਦਾ ਲੀਗਲ ਐਡਵਾਈਜ਼ਰ ਕੰਮ ਕਰ ਰਿਹਾ ਹਾਂ। ਇਹ ਰਿਸ਼ਤੇ 'ਚ ਮੇਰੇ ਸਿਸਟਰ ਲੱਗਦੇ ਹਨ, ਮੀਨਸ ਮੇਰੇ ਬਹੁਤ ਅੱਛੇ ਇੱਕ ਦੋਸਤ ਦੇ ਸਿਸਟਰ ਹਨ, ਤਾਂ ਮੇਰੇ ਸਿਸਟਰ ਵਰਗੇ ਹੀ ਹੋਏ।
ਇਹ ਮੇਰੇ ਕੋਲ ਪਿਛਲੇ 1.5 ਮਹੀਨੇ ਤੇ ਕਰੀਬ ਆਏ ਸੀ ਤੇ ਇਹਨਾਂ ਦੇ ਫਾਦਰ ਸਾਹਿਬ ਨੇ ਮੈਨੂੰ ਇਹਨਾਂ ਦੀ ਸਾਰੀ ਪੋਜੀਸ਼ਨ ਤੇ ਚੱਲਦੇ ਹੋਏ ਕੇਸ ਬਾਰੇ ਦੱਸਿਆ। ਜਦੋਂ ਮੈਂ ਗਹਿਰਾਈ ਦੇ ਵਿੱਚ ਇਹਨਾਂ ਦਾ ਸਾਰਾ ਕੇਸ ਪੜ੍ਹਿਆ ਤਾਂ ਮੈਨੂੰ ਇਹਨਾਂ ਦੀ ਸਭ ਤੋਂ ਪਹਿਲਾਂ ਉਪ ਕਪਤਾਨ ਪਟਿਆਲਾ ਦੀ ਰਿਪੋਰਟ ਪੜ੍ਹੀ ਗਈ, ਜਿਸ ਦੇ ਵਿੱਚ ਇਹਦੀ ਗਹਿਰਾਈ ਜਾਣ ਤੋਂ ਬਾਅਦ ਸਾਰੇ ਸਬੂਤ ਤੇ ਇਹਨਾਂ ਦੀ ਗੱਲ ਸੁਣਨ ਤੋਂ ਬਾਅਦ ਮੈਂ ਇਹ ਨਤੀਜਾ ਕੱਢਿਆ ਕਿ ਇਹਨਾਂ ਨਾਲ ਜਿਹੜਾ ਵੀ ਜ਼ੁਲਮ ਹੋਇਆ ਇਹਨਾਂ ਦੀ ਸੱਸ ਵੱਲੋਂ, ਇਹਨਾਂ ਦੀ ਨਨਾਣ ਵੱਲੋਂ, ਨੰਦੋਈਏ ਵੱਲੋਂ ਤੇ ਇਹਨਾਂ ਦੇ ਪਤੀ ਵੱਲੋਂ, ਉਹਦੇ ਖਿਲਾਫ ਪੁਲਿਸ ਨੇ ਅੱਜ ਤੱਕ ਕੋਈ ਵੀ FIR ਇਹਨਾਂ ਦੀ ਸੱਸ, ਨਨਾਣ ਜਾਂ ਨੰਦੋਈਏ ਦੇ ਖਿਲਾਫ ਨਹੀਂ ਕੀਤੀ। ਕੀ ਐਸਪੀ ਸਿਟੀ ਦੀ ਰਿਪੋਰਟ 'ਚ ਲਿਖਿਆ ਹੋਇਆ ਸਾਰਾ? ਹਾਂਜੀ, ਅਸੀਂ SPD ਸਰਦਾਰ ਮਹਿਤਾਬ ਸਿੰਘ ਜੀ ਬਹੁਤ ਹੀ ਅੱਛੇ ਸੀਨੀਅਰ ਆਫੀਸਰ ਹੈ ਤੇ ਨਾਲ ਉਹਨਾਂ ਦੇ SP ਹਰਕੰਵਲ ਜੀ ਨੂੰ ਅਸੀਂ ਮਿਲੇ ਹਾਂ। ਉਹਨਾਂ ਨੂੰ ਮਿਲ ਕੇ ਅਸੀਂ ਸਾਰੇ ਸਬੂਤ ਥਰੂ ਰਜਿਸਟਰਡ ਪੋਸਟ, ਬਾਏ ਈਮੇਲ ਤੇ ਬਾਏ ਹੈਂਡ ਦਿੱਤੇ ਨੇ। ਜਿੰਨੇ ਵੀ ਇਹਨਾਂ ਨੇ ਸਬੂਤ ਮੈਨੂੰ ਦਿੱਤੇ ਸਨ, ਜਿਵੇਂ ਕਿ ਇਹਨਾਂ ਦਾ ਸ਼ਾਹ ਨਰਸਿੰਗ ਹੋਮ ਦੇ ਵਿੱਚ ਅਬੋਰਸ਼ਨ ਹੋਇਆ, ਇਹਨਾਂ ਦਾ ਸੈਕਸ ਡਿਟਰਮੀਨੇਸ਼ਨ ਟੈਸਟ ਹੋਇਆ, ਪਲੱਸ ਉਸ ਤੋਂ ਬਾਅਦ ਜਿਹੜੇ ਨਸ਼ੇ ਵੇਚਦੇ ਨੇ ਲੁਧਿਆਣੇ ਵਿੱਚ, ਬੇਦੀ ਵਾਲਾ ਤੇ ਪੰਜਾਬ ਵਾਲਾ, ਇਹਨਾਂ ਦੇ ਸਾਰੇ ਸਬੂਤ ਅਸੀਂ ਬਾਏ ਪੋਸਟ, ਬਾਏ ਹੈਂਡ SP ਸਾਹਿਬ ਨੂੰ ਦੇ ਚੁੱਕੇ, ਜਿਹਦਾ ਸਬੂਤ ਇਹ ਹੈ। ਉਸ ਤੋਂ ਬਾਅਦ ਇਹ ਉਹਨਾਂ ਨੂੰ ਰਿਸੀਵ ਵੀ ਹੋ ਚੁੱਕਿਆ, ਰਿਸੀਵ ਦੀ ਰਿਪੋਰਟ ਇਹ ਹੈ। ਬਾਵਜੂਦ ਇਸ ਦੇ ਅੱਜ ਤੱਕ ਅਸੀਂ 2 ਮਹੀਨੇ ਤੋਂ ਲਗਾਤਾਰ 1.5 ਮਹੀਨੇ ਤੋਂ SP ਸਾਹਿਬ, ਕਦੇ ਮਹਿਲਾ ਪੁਲਿਸ ਥਾਣੇ SHO ਮਨਪ੍ਰੀਤ ਜੀ ਕੋਲੇ ਗੇੜੇ ਲਾ ਰਹੇ ਹਾਂ ਵੀ ਸਾਡੀ ਇਹਨੂੰ ਇਨਸਾਫ ਦਿੱਤਾ ਜਾਵੇ, ਵੀ ਆਉਣ ਵਾਲੇ ਟਾਈਮ 'ਚ ਪੰਜਾਬ ਦੀ ਕਿਸੇ ਕੁੜੀ ਨਾਲ ਧੱਕਾ ਨਾ ਹੋਵੇ। ਪੰਜਾਬ ਦੇ ਵਿੱਚ ਕਈ ਕੁੜੀਆਂ ਸਵੇਰੇ ਆਪਣੇ ਮਾਪਿਓ ਨਾਲ ਆ ਕੇ ਬਹਿ ਜਾਂਦੀਆਂ ਨੇ ਥਾਣੇ ਬਾਹਰ, ਸ਼ਾਮ ਨੂੰ ਘਰੇ ਚਲੇ ਜਾਂਦੀਆਂ ਨੇ, ਉਹਨਾਂ ਦੇ 5-5 ਸਾਲ ਦੇ ਬੱਚੇ ਹੋ ਗਏ ਨੇ, ਮਗਰ ਸੋਚੋ ਕਿਸੇ ਦੀ ਧੀ ਭੈਣ ਨਾਲ, ਸਭ ਦੀਆਂ ਧੀਆਂ ਭੈਣਾਂ ਸਾਂਝੀਆਂ ਨੇ, ਜੇ ਕਿਸੇ ਦੀ ਕੁੜੀ ਨੂੰ 5 ਸਾਲ ਬਾਅਦ ਤੁਸੀਂ ਛੱਡ ਦਿੰਦੇ ਹੋ, ਉਹਦੀ ਕੁੜੀ ਦਾ ਭਵਿੱਖ ਕੀ ਹੋਊਗਾ, ਉਹਦੇ ਬੱਚੇ ਦਾ ਭਵਿੱਖ ਕੀ ਹੋਊਗਾ। ਇਹ ਜਾਂ ਕੀ ਦੱਸੋਗਾ ਕਿ ਮਾਮਲਾ ਦਰਜ ਨਹੀਂ ਹੋ ਰਿਹਾ, ਕਾਰਵਾਈ ਨਹੀਂ ਹੋ ਰਹੀ? ਦੇਖੋ ਜੀ, ਐਜ਼ ਪਰ ਸੁਪਰੀਮ ਕੋਰਟ ਰੂਲਿੰਗ ਔਰ ਹਾਈ ਕੋਰਟ ਦੀ ਰੂਲਿੰਗ ਮੁਤਾਬਕ ਚੱਲੀਏ ਤਾਂ ਇਟ ਇਜ਼ ਅ ਕੌਨਸੀਬਲ ਅਫੈਂਸ। ਕੌਨਸੀਬਲ ਅਫੈਂਸ ਦੇ ਵਿੱਚ ਵਿਦਆਊਟ ਐਨੀ ਇਨਕੁਆਇਰੀ ਸਿੱਧੀ FIR ਹੈ। ਮੈਨੂੰ ਇਹ ਨਹੀਂ ਸਮਝ ਆ ਰਿਹਾ, ਇੰਨੇ ਸਬੂਤ ਤੁਹਾਡੇ ਸਾਹਮਣੇ ਧਰਤੇ ਅਸੀਂ, ਹਜੇ ਤੱਕ ਸੱਸ, ਨੰਦੋਈਏ ਤੇ ਉਹਦੀ ਭੈਣ ਦੀ FIR ਕਿਉਂ ਨਹੀਂ ਹੋਈ? ਹਸਬੈਂਡ ਦੀ FIR ਹੋਈ ਹੈ? ਹਸਬੈਂਡ ਦੀ FIR ਹੋਈ ਹੈ, ਮਗਰ ਉਸ FIR ਦੇ ਵਿੱਚ ਕੋਈ ਵੀ ਪੁਲਿਸ ਵੱਲੋਂ ਸਹੀ ਰਿਪੋਰਟ ਜਾਂ ਸਹੀ ਤੱਥ, ਜਿਹੜੇ ਸਬੂਤ ਅਸੀਂ ਸਾਹਮਣੇ ਰੱਖੇ ਨੇ, ਇੱਕ ਵੀ ਸਬੂਤ ਦਾ ਵੇਰਵਾਰ ਨਹੀਂ ਹੈਗਾ। ਮੈਨੂੰ ਨਹੀਂ ਪਤਾ, ਉਸ ਟਾਈਮ ਮੈਂ ਇਹਨਾਂ ਦਾ ਕੇਸ ਨਹੀਂ ਦੇਖ ਰਿਹਾ ਸੀ, ਮਗਰ ਮੈਨੂੰ ਨਹੀਂ ਪਤਾ ਇਹ ਸਾਰੇ ਸਬੂਤ ਕਿੱਥੇ ਗਏ, ਇਹ ਸਾਰੀਆਂ ਚੀਜ਼ਾਂ ਕਿਉਂ ਲੁਕਾਈਆਂ ਗਈਆਂ। ਜਦੋਂ ਕੁੜੀ ਰੌਲਾ ਪਾ ਰਹੀ ਹੈ, ਹਰ ਅਫਸਰ ਨੂੰ ਜਾ ਕੇ ਦੱਸ ਰਹੀ ਹੈ ਆਪਣੀ ਕਹਾਣੀ ਕਿ ਮੇਰੇ ਨਾਲ ਸੈਕਸੁਅਲ ਅਸਾਲਟ ਹੋਇਆ, ਸੈਕਸ ਡਿਟਰਮੀਨੇਸ਼ਨ ਟੈਸਟ ਹੋਇਆ ਤੇ ਉਸ ਤੋਂ ਬਾਅਦ ਇਹਨਾਂ ਦਾ ਅਬੋਰਸ਼ਨ ਵੀ ਕਰਾਇਆ ਗਿਆ, ਤਾਂ ਇੰਨਾ ਕੁਝ ਕਹਿਣ ਦੇ ਬਾਵਜੂਦ ਪੁਲਿਸ ਉੱਥੇ ਇਨਕੁਆਇਰੀ ਕਿਉਂ ਨਹੀਂ ਕਰਨ ਜਾ ਰਹੀ? ਪੁਲਿਸ ਜਿਹੜਾ ਨਸ਼ਾ ਵੇਚਦਾ ਹੈ, ਆ 2 ਬੰਦੇ ਨਸ਼ੇ ਵੇਚਦੇ ਆ, ਉਹਨਾਂ ਨੂੰ ਇਨਕੁਆਇਰੀ 'ਚ ਸ਼ਾਮਿਲ ਕਿਉਂ ਨਹੀਂ ਕੀਤਾ ਗਿਆ? ਸ਼ਾਹ ਨਰਸਿੰਗ ਦੀ ਰਿਪੋਰਟ ਕਿਉਂ ਨਹੀਂ ਕੀਤੀ ਗਈ? ਤੁਸੀਂ ਬਹੁਤ ਕੁਝ ਦਿਖਾ ਰਹੇ ਹੋ ਮੀਡੀਆ ਨੂੰ, ਫੋਟੋ ਵੀ ਦਿਖਾ ਰਹੇ ਹੈਗੇ ਹੋ, ਲਿਖਤੀ ਰੂਪ 'ਚ ਵੀ ਦਿਖਾ ਰਹੇ ਹੋ। ਇਹਨਾਂ ਦਾ ਨਾਮ ਦਿੱਤਾ ਹਨੀ ਸੇਖੋਂ ਦਾ, OSD CM ਸਾਹਿਬ ਦਾ। ਦੇਖੋ ਜੀ, ਉਹਦਾ ਬਾਰੇ ਕੋਈ ਪ੍ਰੂਫ ਹੈਗਾ ਕਿ ਉਹਦੇ ਵੱਲੋਂ ਰੋਕਿਆ ਜਾ ਰਿਹਾ, ਉਹਦੇ ਵੱਲੋਂ ਕੋਈ ਹਸਤਾਖੇਪ? ਮੈਂ ਕਿਸੇ ਦਾ ਨਾਮ ਹਨੀ ਸੇਖੋਂ ਜੀ ਬਹੁਤ ਅੱਛੇ ਅਫਸਰ ਨੇ, OSD ਨੇ CM ਸਾਹਿਬ ਦੇ। ਅਸੀਂ ਸਿਰਫ ਆਪਣਾ ਪੱਖ ਰੱਖਣਾ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ, ਐਜ਼ ਪਰ ਲਾਅ ਦਿੱਤਾ ਜਾਵੇ, ਐਜ਼ ਪਰ ਐਵੀਡੈਂਸ ਦਿੱਤਾ ਜਾਵੇ। ਜੋ ਸਬੂਤ, ਜੋ ਗਵਾਹ ਸਾਡੇ ਕੋਲ ਹੈਗੇ ਨੇ, ਉਹਨਾਂ ਦੇ ਤੱਥਾਂ ਦੇ ਆਧਾਰ ਤੇ ਸਾਨੂੰ ਸਾਡੇ ਜਿਹੜੇ ਗੁਨਾਹ ਇਹਦੇ ਕੁੜੀ ਨਾਲ ਹੋਏ ਨੇ ਉਹਨਾਂ ਦਾ ਫੈਸਲਾ ਚਾਹੀਦਾ, ਪਰਚਾ ਦਰਜ ਚਾਹੀਦਾ। ਬਸ ਅਸੀਂ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਦੇ ਹਾਂ ਕਿ ਸਬੂਤ ਤੁਹਾਡੇ ਸਾਹਮਣੇ ਨੇ, ਗਵਾਹ ਤੁਹਾਡੇ ਸਾਹਮਣੇ ਨੇ, ਆਹ ਬੱਚੀ ਹੈ, ਆਹ ਗਵਾਹ, ਸਭ ਕੁਝ ਇਹ ਬੋਲ ਚੁੱਕੀ, ਸਭ ਕੁਝ ਦੱਸ ਚੁੱਕੀ, ਤੁਹਾਨੂੰ ਮੈਂ ਦੱਸ ਵੀ ਚੁੱਕਿਆ। ਅਸੀਂ ਹਰ ਮਾਧਿਅਮ ਦੇ ਰਾਹੀਂ ਪੁਲਿਸ ਨੂੰ ਆਪਣੇ ਸਬੂਤ ਦੇ ਚੁੱਕੇ ਹਾਂ। ਹੁਣ ਇਹ ਮਾਮਲਾ ਕਿਹਨਾਂ ਕੋਲੇ ਇਨਕੁਆਇਰੀ ਦੀ? ਇਹ SPD ਸਰਦਾਰ ਮਹਿਤਾਬ ਸਿੰਘ IPS ਜੀ ਕੋਲੇ ਹੈਗਾ, ਬਹੁਤ ਕਾਬਲ ਅਫਸਰ ਨੇ। ਅਸੀਂ ਉਹਨਾਂ ਨੂੰ ਪਰਸੋਂ ਵੀ ਮਿਲ ਕੇ ਆਏ ਹਾਂ। ਕਿੰਨੇ ਸਮੇਂ ਤੋਂ ਉਹਨਾਂ ਕੋਲੇ? ਉਹਨਾਂ ਕੋਲੇ ਆਈ ਥਿੰਕ ਪਿਛਲੇ 15 ਕੁ ਦਿਨਾਂ ਤੋਂ ਇਹ ਪੈਂਡਿੰਗ ਹੈ ਤਫਤੀਸ਼, ਜਿਹਦੇ ਵਿੱਚ ਇਹ 2-3 ਵਾਰ ਹਾਜ਼ਰ ਵੀ ਹੋ ਚੁੱਕੇ, ਆਪਣੇ ਬਿਆਨ ਵੀ ਦੇ ਚੁੱਕੇ, ਸਬੂਤ ਵੀ ਦੇ ਚੁੱਕੇ। ਤੇ ਮੇਰੇ ਹਿਸਾਬ ਨਾਲ ਸਾਨੂੰ ਉਮੀਦ ਹੈ ਕਿ ਬਹੁਤ ਜਲਦੀ ਸਾਨੂੰ ਤੁਹਾਡੇ ਰਾਹੀਂ ਤੇ ਸਬੂਤਾਂ ਦੇ ਆਧਾਰ ਤੇ ਇਨਸਾਫ ਮਿਲੇਗਾ।